Hello friends, welcome to today's video. ਅੱਜ ਦੀ ਵੀਡੀਓ ਦੇ ਵਿੱਚ I am giving you some very important tips for your IELTS exam. All of these tips are tested and verified. That means I myself have tried these tips in my IELTS exam and I have easily scored 7.5 bands, and in some of my exam I have even scored 8 bands. So following these tips you can easily boost up your IELTS band score with half or 1 band. If you are facing problems in scoring 6 or 6.5 band scores and you are lagging on 5.5 band scores, then these tips are definitely for you. First tip for your speaking module. ये सिर्फ tip ही नहीं है. This is something which is very important in your speaking module. The first tip is have good ideas. Have more and more ideas on day-to-day topics. On day-to-day topics such as hometown, your hobbies, your interests, your likings, your dislikings, because speaking is all about ideas. जे ideas नहीं होंगे तो बोलोगे ही की बोलना है. एग्जामिनर ਤੁਹਾਨੂੰ ਕੁਐਸਚਨਸ ਪੁੱਛ ਰਿਹਾ ਹੈ, ਉਹਦੇ ਉੱਤੇ ਜੇ ਬੋਲਣਾ ਹੈ ਤਾਂ ਫਿਰ ਆਈਡੀਆਜ਼ ਤਾਂ ਹੋਣੇ ਹੀ ਚਾਹੀਦੇ ਆ. ਹੁਣ ਗੱਲ ਇਹ ਹੈ ਵੀ ਆਈਡੀਆਜ਼ ਆਉਣਗੇ ਕਿੱਥੋਂ. So first tip to have more and more ideas is to watch our videos. Easy IELTS channel, ਆਹ ਚੈਨਲ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਹੁਣੇ ਸਬਸਕ੍ਰਾਈਬ ਕਰ ਦਿਓ, ਬਾਅਦ ਚ ਭੁੱਲ ਜਾਓਗੇ. ਤੇ ਰੈਗੂਲਰ ਬੇਸਿਸ ਤੇ ਸਾਡੀ ਵੀਡੀਓਜ਼ ਦੇਖੋ. ਸਾਡੀ ਵੀਡੀਓਜ਼ ਬਹੁਤ ਇਨਫੋਰਮੇਟਿਵ ਨੇ. ਹਰ ਇੱਕ ਵੀਡੀਓਜ਼ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਤੁਹਾਨੂੰ ਜ਼ਰੂਰ ਮਿਲਦਾ. ਸੈਕੰਡਲੀ PDF ਸਪੀਕਿੰਗ ਦੇ ਕਿਰਨ ਮੱਕਰ ਮੈਮ ਦੇ ਵੀ ਸਾਰੇ ਬੱਚਿਆਂ ਕੋਲੇ ਹੈਗੇ ਆ. ਹੋਰ ਵੀ ਜੇ ਤੁਹਾਨੂੰ ਸਪੀਕਿੰਗ ਦਾ ਕੋਈ ਮਟੀਰੀਅਲ ਮਿਲਦਾ ਹੈ ਤਾਂ ਉਹਨੂੰ ਰੈਗੂਲਰਲੀ ਰੀਡ ਕਰਦੇ ਰਹੋ. ਕੁਝ ਵੀ ਰੱਟਾ ਨਹੀਂ ਮਾਰਨਾ ਹੈ, ਕੁਝ ਵੀ ਮੈਮੋਰਾਈਜ਼ ਨਹੀਂ ਕਰਨਾ ਹੈ. ਜਸਟ ਰੀਡ ਦ ਟੌਪਿਕਸ ਐਂਡ ਹੈਵ ਸਮ ਗੁੱਡ ਆਈਡੀਆਜ਼. ਆਈਡੀਆਜ਼ ਤੁਹਾਨੂੰ ਉੱਥੋਂ ਮਿਲ ਜਾਣਗੇ. ਇਹੀ ਆਈਡੀਆਜ਼ ਤੁਸੀਂ ਆਪਦੇ ਸਪੀਕਿੰਗ ਟੈਸਟ ਦੇ ਵਿੱਚ ਯੂਜ਼ ਕਰਨੇ ਹੈ. ਤਾਂ ਕਰਕੇ ਆਈਡੀਆਜ਼ ਹੋਣੇ ਬਹੁਤ ਜ਼ਰੂਰੀ ਹੈ. ਹੁਣ ਜਦੋਂ ਤੁਸੀਂ ਸ਼ਿਓਰ ਹੋ ਕਿ ਬਹੁਤ ਸਾਰੇ ਆਈਡੀਆਜ਼ ਤੁਹਾਡੇ ਕੋਲੇ ਹੈਗੇ ਆ, ਤੁਸੀਂ ਆਰਾਮ ਨਾਲ ਐਗਜ਼ਾਮੀਨਰ ਦੇ ਸਾਰੇ ਕੁਐਸਚਨਸ ਦੇ ਆਨਸਰਸ ਦੇ ਸਕਦੇ ਹੋ. ਦੈਨ comes in the ground your second tip. Second tip is relax, stay calm, have a smile on your face, be gentle. ਡਰਨ ਦੀ ਲੋੜ ਨਹੀਂ ਹੈ. ਖਾ ਨਹੀਂ ਜਾਣ ਵਾਲਾ ਐਗਜ਼ਾਮੀਨਰ ਤੁਹਾਨੂੰ ਸਪੀਕਿੰਗ ਦਾ ਜਿਹੜਾ ਐਗਜ਼ਾਮ ਹੈ ਉਹਨੂੰ ਟੈਸਟ ਸਮਝ ਕੇ ਤਾਂ ਚੱਲਣਾ ਹੀ ਨਹੀਂ ਹੈ, ਉਹਨੂੰ ਐਗਜ਼ਾਮੀਨੇਸ਼ਨ ਸਮਝ ਕੇ ਤਾਂ ਚੱਲਣਾ ਹੀ ਨਹੀਂ ਹੈ. ਦਿਸ ਇਜ਼ ਜਸਟ ਅ ਕਨਵਰਸੇਸ਼ਨ ਰਾਊਂਡ. ਸਿਰਫ ਗੱਲਾਂ ਬਾਤਾਂ ਹੋ ਰਹੀਆਂ, ਸਿਰਫ ਕਨਵਰਸੇਸ਼ਨ ਹੋ ਰਹੀ ਹੈ. ਤੁਸੀਂ ਉਹ ਤੁਹਾਡੇ ਮੂਹਰੇ ਕੋਈ ਬੈਠਾ ਹੈ, ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ. ਬਸ ਤੁਸੀਂ ਕੁਝ ਨਹੀਂ ਪੁੱਛ ਸਕਦੇ. ਕੁਐਸਚਨਸ ਸਿਰਫ ਸਾਹਮਣੇ ਬੈਠਾ ਐਗਜ਼ਾਮੀਨਰ ਜਾਂ ਸਾਹਮਣੇ ਬੈਠਾ ਪਰਸਨ ਹੀ ਕਰੂਗਾ. ਤੁਸੀਂ ਕੁਝ ਪੁੱਛ ਨਹੀਂ ਸਕਦੇ ਬਸ. ਵਰਨਾ ਸਟੇ ਕਾਮ, ਸਟੇ ਈਜ਼ੀ, ਟੇਕ ਯੋਰ ਆਈਲਟਸ ਐਗਜ਼ਾਮ very calmly, very politely, very gently. ਕੁਛ ਨਹੀਂ ਹੁੰਦਾ, ਡਰਨ ਦੀ ਲੋੜ ਨਹੀਂ ਹੈ. ਜਿੰਨਾ ਕਾਮ ਹੋ ਕੇ ਜਾਓਗੇ ਉਨੀ ਸਪੀਕਿੰਗ ਵਧੀਆ ਹੋਊਗੀ. ਜਿੰਨਾ ਨਰਵਸ, ਜਿੰਨਾ ਡਰ ਕੇ ਜਾਓਗੇ ਉਨੀ ਤੁਸੀਂ ਲੈਗ ਬਿਹਾਈਂਡ ਕਰ ਜਾਓਗੇ. ਪੱਕਾ ਕੁਛ ਨਾ ਕੁਛ ਗੜਬੜ ਸਪੀਕਿੰਗ ਦੇ ਵਿੱਚ ਜ਼ਰੂਰ ਕਰ ਆਓਗੇ. ਤਾਂ ਸਟੇ ਕਾਮ. ਦਿਸ ਵਾਸ ਦ ਸੈਕੰਡ ਟਿਪ. ਓਕੇ ਫਰੈਂਡਸ, ਫਰਸਟ ਜੋ ਟਿਪਸ ਤਾਂ ਬੇਸਿਕ ਟਿਪਸ ਸੀਗੀਆਂ. ਇਹ ਤਾਂ ਬੇਸ ਹੈ ਸਪੀਕਿੰਗ ਦਾ. ਫਰਸਟ ਟਿਪ आइडियाज होने बहुत जरूरी है. सेकंड टिप, व्हेन यू हैव आइडियाज एंड व्हेन यू गो फॉर योर स्पीकिंग टेस्ट, you should be relaxed, you should be calm, and you should have a smile on your face. Now third tip, which is specially to score some good bands. पहली दो टिप्स बेसिक टिप्स सीखियां. ये थर्ड टिप्स है. ये थर्ड जो टिप में दस रहे हैं ये स्कोर करने वास्ते है. First impression is the last impression. So you should have a great first impression on examiner on your intro questions. Intro questions examiner सिर्फ बच्चे ਨੂੰ, सिर्फ स्टूडेंट ਨੂੰ, सिर्फ कैंडिडेट ਨੂੰ काम करना वास्ते ही पुछदे हैं, कंफर्टेबल फील कराउण वास्ते पुछदे हैं. But intro questions ਦੇ ਉੱਤੇ you have a chance to put a great impact on the examiner. You have a chance to put a great first impression on the examiner. ਹੁਣ ਇਹ ਕਿਵੇਂ ਪਾਉਂਗੇ? ਫਰਸਟ ਇੰਪ੍ਰੈਸ਼ਨ ਚੰਗਾ ਆਪਦਾ ਕਿਵੇਂ ਰੱਖੋਗੇ? ਓਕੇ ਫਰੈਂਡਸ, ਥਰਡ ਟਿਪ, ਫਰਸਟ ਇੰਪ੍ਰੈਸ਼ਨ. ਹਾਊ ਟੂ ਮੇਕ ਗੁੱਡ ਫਰਸਟ ਇੰਪ੍ਰੈਸ਼ਨ. ਹੁਣ ਫਰਸਟ ਇੰਪ੍ਰੈਸ਼ਨ ਚੰਗਾ ਪਾਉਣ ਵਾਸਤੇ ਵੈਸੇ ਤਾਂ ਇਹ ਫਾਰਮੂਲਾ ਸਾਰੇ ਸਪੀਕਿੰਗ ਸੈਸ਼ਨ ਦੇ ਵਿੱਚ, ਕਿਊ ਕਾਰਡਸ ਦੇ ਵਿੱਚ ਤੇ ਫਾਲੋ ਅਪਸ ਵੀ ਤੁਸੀਂ ਯੂਜ਼ ਕਰਨਾ ਹੈ. ਬਟ ਫਰਸਟ ਪਾਰਟ ਹੈ ਜਿਹੜਾ ਇੰਟਰੋ ਪਾਰਟ ਹੈ ਉਹਦੇ ਵਾਸਤੇ ਤਾਂ ਉਹਦੇ ਵਿੱਚ ਤਾਂ ਪੱਕਾ ਹੀ ਯੂਜ਼ ਕਰਨਾ ਹੈ. ਫਰਸਟ ਇੰਪ੍ਰੈਸ਼ਨ वंडरफुल रखने वास्ते, फर्स्ट इंप्रेशन इंप्रेसिव रखने वास्ते ऑलवेज गिव रेयर एंड डिफरेंट एंड इंप्रेसिव आंसर्स. डिफरेंट आंसर्स का मतलब की है ਉਹੀ ਜਿਹੇ ਆਨਸਰਸ ਜੋ ਤੁਹਾਡੇ ਨੈਚੁਰਲ ਹੋਣ, ਟਰੂਥ ਹੋਵੇ. ਕੁਝ ਵੀ ਰੱਟਾ ਰਟਾਇਆ, ਮੈਮੋਰਾਈਜ਼ਡ ਜਾਂ ਕਾਮਨ ਆਨਸਰਸ ਨਹੀਂ ਦੇਣੇ. ਫॉर एग्जांपल
ਜੇ ਸੋ ਤੋਂ ਪੁੱਛਿਆ ਜਾਵੇ ਡੂ ਯੂ ਲਾਈਕ ਚੌਕਲੇਟਸ, ट्राई टू गिव नेगेटिव आंसर्स। नेगेटिव आंसर्स दोगे तो ऑटोमेटिकली रेयर हो जाएंगे, ऑटोमेटिकली डिफरेंट हो जाएंगे, ऑटोमेटिकली नेचुरल बन जाएंगे। जो पूछिया डू यू लाइक चॉकलेट्स, कहो नो आई डोंट लाइक चॉकलेट्स बिकॉज चॉकलेट्स आर हार्मफुल फॉर द हेल्थ। जो पूछिया डू यू लाइक योर होम टाउन, कहो नो आई डोंट लाइक माई होम टाउन बिकॉज फैसिलिटीज प्रोवाइडेड इन माई होम टाउन आर कंपेरेटिवली लेस देन द नेबरिंग होम टाउन्स। मतलब गवांडी होम टाउन्स दे विच ज्यादा फैसिलिटीज मेरे होम टाउन ਦੇ ਵਿੱਚ ਘੱਟ ਹੈ, तो आई डोंट लाइक माई होम टाउन। I don't like my hometown because it is far away from the city and it becomes difficult for me to travel to the city, to my college, to my institute, या फिर whenever I want to go for shopping it consumes a lot of time to travel to the city, so I don't like my hometown। कुछ different answers दो ताकि एग्जामिनर ਨੂੰ ਲੱਗੇ ਤੁਸੀਂ ਨੈਚੁਰਲ ਬੋਲ ਰਹੇ ਹੋ, ਤੁਸੀਂ ਕੁਝ ਵੀ ਰੱਟਾ ਨਹੀਂ ਮਾਰਿਆ ਵਾ, ਕੋਈ ਕਿਤੋਂ ਵੀ ਪੜ੍ਹ ਕੇ ਨਹੀਂ ਆਏ ਹੋ, ਨੈਚੁਰਲ ਸਪੀਕਿੰਗ ਹੈ, एग्जामिनर जरूर इंप्रेस होगा। तो फर्स्ट इंप्रेशन एग्जामिनर दे उत्ते बहुत वधिया पाऊगा। तो थर्ड टिप, गिव रेयर आंसर्स, ट्राई टू गिव नेगेटिव आंसर्स। नो दे विच भी आंसर्स दो, सारे आंसर्स यस यस दे विच ना दिंदे रहो, कुछ ना कुछ आंसर्स नो दे विच भी दो, जस्ट टू मेक योर स्पीकिंग इंप्रेसिव एंड डिफरेंट फ्रॉम अदर्स। फॉर एग्जाम्पल मैनू एक रीसेंट एग्जाम दे विच एग्जामिनर ने पूछा डू यू लाइक हिस्टोरिकल बिल्डिंग्स या ओल्ड बिल्डिंग्स, मैं नेगेटिव दे विच आंसर देता। मैं क्या नो आई डोंट लाइक हिस्टोरिकल और ओल्ड बिल्डिंग्स, I think all historical buildings or old buildings should be destroyed and they should be replaced by modern architect so that we could attract a lot of tourism and increase earnings for the nation। तो देखा मैं क्या भी हिस्टोरिक बिल्डिंग्स डिस्ट्रॉय कर दो, मॉडर्न आर्किटेक्ट बनाओ ताकि टूरिज्म ਨੂੰ ਅਟਰੈਕਟ ਕੀਤਾ ਜਾ ਸਕੇ। तो इस टाइप ਦੇ ਆਨਸਰਸ ਦੇ ਕੇ, ਰੇਅਰ ਆਨਸਰਸ ਦੇ ਕੇ, ਨੈਗੇਟਿਵ ਦੇ ਵਿੱਚ ਆਨਸਰਸ ਦੇ ਕੇ, ਕੁਝ ਨੈਚੁਰਲ ਆਨਸਰਸ ਦੇ ਕੇ ਤੁਸੀਂ ਐਗਜ਼ਾਮੀਨਰ ਨੂੰ ਇੰਪ੍ਰੈਸ ਕਰ ਸਕਦੇ ਹੋ। ਮੈਂ ਇਹ ਜਿਹੇ ਆਨਸਰਸ ਦਿੱਤੇ ਤੇ 8 ਬੈਂਡਸ ਸਕੋਰ ਕੀਤੇ ਹੈ। ਓਕੇ एवरीवन, फोर्थ टिप, द मोस्ट इंपॉर्टेंट टिप फॉर द IELTS स्पीकिंग टेस्ट। इस ਫਾਰਮੂਲੇ ਨੂੰ अपना लोगे ਤਾਂ ਡੈਫੀਨਿਟਲੀ 6.57 ਬੈਂਡਸ ਤਾਂ ਆਰਾਮ ਨਾਲ ਖਿੱਚ ਕੇ ਲੈ ਜਾਓਗੇ। ਅੱਛਾ ਤੁਸੀਂ ਸੁਣਿਆ ਹੋਊਗਾ IELTS ਸਪੀਕਿੰਗ ਦੇ ਬਾਰੇ ਕਹਿੰਦੇ ਵੀ ਆਲਵੇਜ਼ ਸਟੇ ਔਨ ਦ ਟੌਪਿਕ, ਬਟ ਸਿਰਫ ਟੌਪਿਕ ਦੇ ਉੱਤੇ ਰਹਿ ਕੇ ਕੰਮ ਨਹੀਂ ਚੱਲਦਾ। ਟਿਪ, ਫੋਰਥ ਟਿਪ ਫॉर ਟੁਡੇ ਇਜ਼ ਸਰਫ ਅਰਾਊਂਡ ਦ ਟੌਪਿਕ। ਟੌਪਿਕ ਦੇ ਆਲੇ ਦੁਆਲੇ ਘੁੰਮਦੇ ਰਹੋ। ਇਹਨੂੰ ਮੈਂ ਹੋਰ ਵਰਡਸ ਦੇ ਵਿੱਚ ਕਹਿ ਦਿੰਦਾ ਕਿ ਡੋਂਟ ਸਟੇ ਔਨ ਦ ਟੌਪਿਕ। एक कंट्रोवर्सी क्रिएट कर रहे हैं कह के कि डोंट स्टे ऑन द टॉपिक, डोंट जस्ट स्टे ऑन द टॉपिक। एक्चुअली सही टर्म इहदे वास्ते ये है कि डोंट जस्ट स्टे ऑन द टॉपिक बट ऑल्सो सर्फ अराउंड द टॉपिक। सर्फ अराउंड द टॉपिक मतलब टॉपिक दे आले दुआले घूमते रहना है। किवें घूमना है, ध्यान नाल सुनियो। मान लो मैनू पूछ लिया डू यू लाइक चॉकलेट्स, तो अपनी थर्ड टिप पहला फॉलो करके चलूंगा, कुछ नेगेटिव बोलने की कोशिश करूंगा। जे कहा डू यू लाइक चॉकलेट्स, मैं कहूंगा नो आई डू नॉट लाइक टू ईट चॉकलेट्स बिकॉज इट इज हार्मफुल फॉर द हेल्थ, बट आई यूज अदर थिंग्स फॉर माई स्नैकिंग्स। I eat fruits or I eat samosas replacing the chocolates। चॉकलेट्स ਦੇ ਥਾਂ ਤੇ ਮੈਂ ਕੁਝ ਹੋਰ ਖਾਂਦਾ ਰਹਿਣਾ। तो मैंने पूछा तो सिर्फ चॉकलेट्स बारे सीगा, पर मैं ਉਹਦੇ ਨਾਲ ਕੀਤਾ ਟੌਪਿਕ ਦੇ ਸਰਫ ਅਰਾਊਂਡ ਕਰਦਾ ਰਿਹਾ, ਟੌਪਿਕ ਦੇ ਆਲੇ ਦੁਆਲੇ ਘੁੰਮਦਾ ਰਿਹਾ। ਇਹ ਕਿਹਾ ਵੀ ਮੈਂ ਇਹਦੇ ਥਾਂ ਤੇ ਆ ਖਾਣਾ ਹੈ ਜਾਂ ਆ ਪੀਣਾ ਹੈ। ਮੰਨ ਲਓ ਪੁੱਛਿਆ ਡੂ ਯੂ ਲਾਈਕ ਯੋਰ ਹੋਮ ਟਾਊਨ ਜਾਂ ਕਿਸੇ ਵੀ ਟੌਪਿਕ ਤੇ ਪੁੱਛਿਆ। ਅੱਛਾ ਹੋਮ ਟਾਊਨ ਤੇ ਪੁੱਛਿਆ do you like your hometown? No, I don't like my hometown, I like my friend's hometown because it has got more facilities। I think ਇਹਦੇ ਨਾਲ ਹੁਣ ਦੇਖੋ ਕਿਵੇਂ ਆਲੇ ਦੁਆਲੇ ਘੁੰਮ ਰਿਹਾ। I think in future I would like to shift to my friend's hometown so that I can take advantage of the facilities provided at that hometown। तो ਇਹਦਾ ਮਤਲਬ ਕੀ ਹੈ, ਟੌਪਿਕ ਦੇ ਆਲੇ ਦੁਆਲੇ ਘੁੰਮਦੇ ਰਹਿਣਾ ਹੈ, ਜਾਂ ਫਿਰ ਇਨ ਅਦਰ ਵਰਡਸ ਕਹਿ ਸਕਦੇ ਹੋ ਤੁਸੀਂ ਵੀ ਜੋ ਕੁਐਸਚਨ ਪੁੱਛਿਆ ਗਿਆ ਉਹਦੇ ਵਿੱਚ ਐਕਸਟਰਾ ਇਨਫੋਰਮੇਸ਼ਨ ਐਡ ਕਰਨੀ ਹੈ। ਐਕਸਟਰਾ ਇਨਫੋਰਮੇਸ਼ਨ ਐਡ ਕਰ ਲਓ ਜਾਂ ਟੌਪਿਕ ਦੇ ਆਲੇ ਦੁਆਲੇ ਘੁੰਮ ਲਓ, ਜਿਵੇਂ ਮਰਜ਼ੀ ਇਸ ਚੀਜ਼ ਨੂੰ ਸਮਝ ਲਓ। ਇਹਦੇ ਨਾਲ ਹੁੰਦਾ ਕੀ ਆ, ਹੁਣ ਇਹਦੇ ਨਾਲ ਫਾਇਦਾ ਕੀ ਹੁੰਦਾ? ਪਹਿਲੀ ਗੱਲ ਤਾਂ ਨੈਚੁਰੈਲਿਟੀ ਆ ਜਾਂਦੀ ਹੈ। ਐਗਜ਼ਾਮੀਨਰ ਨੂੰ ਲੱਗਦਾ ਹੈ ਵੀ ਤੁਸੀਂ ਨੈਚੁਰਲ ਬੋਲ ਰਹੇ ਹੋ, ਖੁੱਲ੍ਹ ਕੇ ਬੋਲ ਰਹੇ ਹੋ, ਜ਼ਿਆਦਾ ਬੋਲ ਰਹੇ ਹੋ, ਈਜ਼ੀਲੀ ਬੱਚਾ ਕਮਿਊਨੀਕੇਟ ਕਰ ਸਕਦਾ ਹੈ, ਈਜ਼ੀਲੀ ਸੈਂਟੈਂਸਿਸ ਬੋਲ ਸਕਦਾ ਹੈ। ਸੈਕਿੰਡ, ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਇਸ ਚੀਜ਼ ਦਾ, ਜਦੋਂ ਤੁਸੀਂ ਇਸ ਤਰੀਕੇ ਨਾਲ ਬੋਲਦੇ ਹੋ, ਜਦੋਂ ਤੁਸੀਂ ਐਕਸਟਰਾ ਇਨਫੋਰਮੇਸ਼ਨ ਐਡ ਕਰਦੇ ਹੋ, ਉਦੋਂ ਤੁਹਾਡੇ ਵਰਡਸ ਵੀ ਤਾਂ ਐਡ ਹੋ ਰਹੇ ਆ, ਉਦੋਂ ਤੁਹਾਨੂੰ ਵੋਕੈਬੂਲਰੀ ਦੇ ਵੀ ਤਾਂ ਐਕਸਟਰਾ ਪੁਆਇੰਟਸ ਮਿਲ ਰਹੇ ਆ, ਨਾਲੇ ਤੁਹਾਡੇ ਆਨਸਰਸ ਸਟ੍ਰੈਚ ਹੋ ਰਹੇ ਆ। ਇੰਨਾ ਹੀ ਫਾਰਮੂਲਾ ਨਾਲ 7.5 ਬੈਂਡਸ ਆਇਲਸ ਦੇ ਵਿੱਚ ਸਕੋਰ ਕੀਤੇ ਜਾਂਦੇ ਆ। तो फोर्थ टिप,
which is very important. Fourth speaking tip is always surf around the main topic ਦੇ ਆਲੇ ਦੁਆਲੇ ਘੁੰਮਦੇ ਰਹੋ ਤੇ ਉਹਦੇ ਵਿੱਚ extra information add ਕਰਦੇ ਰਹੋ, ਮਤਲਬ answers ਨੂੰ stretch ਕਰਦੇ ਰਹੋ. Okay friend, my fifth tip is a relaxing tip for all of you. ਇਹ tip ਤੁਹਾਨੂੰ relax ਕਰ ਦੂਗੀ, ਤੁਹਾਨੂੰ ਕੁਝ tension free ਕਰ ਦੂਗੀ. I have seen that in IELTS speaking, while learning IELTS speaking or while getting trained for the speaking test, most of the students are afraid of repetitions. ਬੱਚੇ ਇਸ ਗੱਲ ਤੋਂ ਡਰਦੇ ਵੀ ਕਿਤੇ ਸਾਡੇ sentences ਦੀ ਜਾਂ ਕਿਤੇ ਸਾਡੀ words ਦੀ repetition ਨਾ ਹੋ ਜੇ. So my fifth tip is about repetition. ਮੈਂ ਇਹ ਕਹਿਣਾ ਹੈ, my fifth tip is that do not worry about repetitions. Repetitions ਦੇ ਬਾਰੇ ਕੁਝ ਵੀ ਡਰਨਾ ਨਹੀਂ ਹੈ, ਕੁਝ ਵੀ worry ਨਹੀਂ ਕਰਨਾ ਹੈ. I would rather say that do repetitions ਕਰਨੇ ਚੰਗੇ ਹੈ ਬਹੁਤ ਸਾਰੇ ਟਾਈਮਸ ਦੇ ਵਿੱਚ. ਕਿਉਂ ਚੰਗੇ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ. ਥੋੜੇ ਦਿਨ ਪਹਿਲਾਂ ਹੀ ਇੱਕ ਬੱਚੇ ਦੀ ਮੈਂ ਸਪੀਕਿੰਗ ਲੈ ਰਿਹਾ ਸੀ, ਸਡਨਲੀ ਉਹ ਕਿਸੇ ਆਨਸਰ ਨੂੰ ਦਿੰਦੇ ਸਟਕ ਹੋ ਗਿਆ, ਤਾਂ ਮੈਂ ਉਹਨੂੰ ਪੁੱਛਿਆ ਵੀ ਤੂੰ ਬੋਲ ਤਾਂ ਰਿਹਾ ਸੀਗਾ, ਸਹੀ ਬੋਲ ਰਿਹਾ ਸੀਗਾ. He was like, sir, I cannot remember another word for this, I can't remember a replicating word for this word. ਮੈਨੂੰ ਕੋਈ ਹੋਰ word ਨਹੀਂ ਮਿਲ ਰਿਹਾ. ਤਾਂ ਫਿਰ ਕੀ ਹੋ ਗਿਆ, repetition ਤੁਸੀਂ ਕਰ ਸਕਦੇ ਹੋ. ਕੋਈ ਹੋਰ word ਤੁਹਾਨੂੰ ਨਹੀਂ ਮਿਲ ਰਿਹਾ, ਉਹਨੂੰ ਸੋਚਣ ਬਹਿ ਜਾਓਗੇ, ਪੌਜ਼ ਦੇ ਦੋਗੇ, ਫਲੂਐਂਸੀ ਖਰਾਬ ਕਰ ਦੋਗੇ ਸਪੀਕਿੰਗ ਦੀ, ਉਹਦੇ ਨਾਲੋਂ ਤਾਂ ਬੈਟਰ ਹੈ ਕਿ ਰੈਪੀਟੇਸ਼ਨ ਕਰੋ. ਜਦੋਂ ਤੁਹਾਡਾ ਟਾਰਗੇਟ ਹੀ 6.5 ਦਾ ਹੈ, ਫਿਰ ਰੈਪੀਟੇਸ਼ਨ ਤੋਂ ਕੀ ਡਰਨਾ. ਨਾਰਮਲ ਡੇ ਟੂ ਡੇ ਕਮਿਊਨੀਕੇਸ਼ਨ ਦੇ ਵਿੱਚ ਵੀ ਰੈਪੀਟੇਸ਼ਨ ਹੁੰਦੇ ਰਹਿੰਦੇ ਆ ਤੇ ਆਇਲ ਸਪੀਕਿੰਗ ਦੇ ਵਿੱਚ ਵੀ ਫਰੈਂਕਲੀ ਤੁਸੀਂ ਕਰ ਸਕਦੇ ਹੋ. ਬਸ ਇੰਨਾ ਕੁ ਧਿਆਨ ਰੱਖਿਓ ਕਿ ਤੁਹਾਡੀ ਫਲੂਐਂਸੀ ਨਾ ਵਿਗੜੇ. ਫਲੂਐਂਸੀ ਵਿਗਾੜਨ ਨਾਲੋਂ ਤਾਂ ਰੈਪੀਟੇਸ਼ਨ ਕਰਨਾ ਹੀ ਚੰਗਾ ਹੈ. ਤਾਂ ਫਿਫਥ ਟਿਪ, ਰੈਪੀਟੇਸ਼ਨ ਤੋਂ ਨਹੀਂ ਡਰਨਾ. ਫਰਸਟ ਟਿਪ ਦੀ ਰਿਜ਼ੈਂਬਲਿੰਗ ਹੀ ਹੈ ਇਹ. ਕਾਮ ਰਹੋ, ਟੈਨਸ਼ਨ ਫ੍ਰੀ ਰਹੋ, ਫ੍ਰੀਲੀ ਬੋਲਦੇ ਰਹੋ. ਰੈਪੀਟੇਸ਼ਨ ਹੁੰਦੀ ਹੈ ਤਾਂ ਕਰੋ, ਨੋ ਟੈਨਸ਼ਨ. ਹਾਂ ਕੋਈ ਰੈਪਲੀਕੇਟਿੰਗ ਵਰਡਸ ਨੂੰ ਯਾਦ ਆ ਜੇ ਤਾਂ ਵੈਲ ਐਂਡ ਗੁੱਡ, ਉਹਨੂੰ ਯੂਜ਼ ਕਰ ਸਕਦੇ ਹੋ. ਨਹੀਂ ਯਾਦ ਆ ਰਿਹਾ ਹੈ ਤਾਂ ਫਿਰ ਕੋਈ ਵੀ ਵਰੀ ਕਰਨ ਵਾਲੀ ਚੀਜ਼ ਨਹੀਂ ਹੈ. ਵਰਡਸ ਤਾਂ ਸਪੀਕਿੰਗ ਦੇ ਵਿੱਚ ਰਿਪੀਟ ਹੋਣਗੇ ਹੀ. ਦੇਖੋ ਦੋ ਚੀਜ਼ਾਂ ਹੁੰਦੀਆਂ, ਕੋਹੀਸ਼ਨ ਐਂਡ ਕੋਹਰੈਂਸ. ਇਹਨਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਹੈ. ਜੋ ਤੁਸੀਂ ਵਰਡਸ ਯਾਦ ਕਰਕੇ ਕੋਈ ਗਲਤ ਵਰਡ ਯੂਜ਼ ਕਰ ਦੋਗੇ ਤਾਂ ਫਿਰ ਵੀ ਨੈਗੇਟਿਵ ਮਾਰਕਿੰਗ ਹੈ, ਕੋਲੋਕੇਸ਼ਨ ਮਿਸਟੇਕ ਹੋ ਜਾਂਦੀ ਹੈ. ਕੁਝ ਵਰਡਸ ਐਗਜ਼ੈਕਟਲੀ ਫਿੱਟ ਨਹੀਂ ਬਹਿੰਦੇ ਜਿੱਥੇ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹਦੇ ਨਾਲੋਂ ਤਾਂ ਚੰਗਾ ਰੈਪੀਟੇਸ਼ਨ ਹੀ ਹੈ. ਫਿਫਥ ਟਿਪ ਅੱਜ ਦੀ ਸਪੀਕਿੰਗ ਸੈਸ਼ਨ ਦੇ ਵਿੱਚ ਸੀਗੀ ਕਿ ਡੂ ਨਾਟ ਵਰੀ ਅਬਾਊਟ ਰੈਪੀਟੇਸ਼ਨਸ. ਹੁੰਦੇ ਹੈ ਤਾਂ ਹੋਣ ਦਿਓ, ਬਸ ਆਪਦੀ ਫਲੂਐਂਸੀ ਖਰਾਬ ਨਾ ਕਰੋ. ਨਾਓ ਲੈਟਸ ਮੂਵ ਔਨ ਟੂ ਦ ਸਿਕਸਥ ਟਿਪ. ਓਕੇ, 6th ਐਂਡ 7th ਟਿਪ ਦੋਨੇ ਮੈਂ ਤੁਹਾਨੂੰ ਇਕੱਠੀਆਂ ਦੱਸ ਦਿੰਦਾ. ਦੋਨੇ ਬਹੁਤ ਕਾਮਨ ਜਿਹੇ ਟਿਪਸ ਨੇ, ਬਹੁਤ ਕਾਮਨ ਜਿਹੇ ਐਡਵਾਈਜ਼ਸ ਨੇ ਤੁਹਾਡੇ ਵਾਸਤੇ. ਸਲਾਹ ਦੇ ਰਿਹਾ ਮੈਂ ਤੁਹਾਨੂੰ ਇਹ ਕਰਨ ਦੀ ਤੇ ਜ਼ਰੂਰ ਤੁਸੀਂ ਕਰਨੇ. ਬਹੁਤ ਕਾਮਨ ਜਿਹੇ ਟਿਪਸ ਹਨ, ਤੁਸੀਂ ਵੀ ਇਹ ਜਾਣਦੇ ਹੋਵੋਗੇ. 6th ਟਿਪ ਤਾਂ ਇਹ ਹੈ, ਡੂ ਨਾਟ ਮੇਕ ਗ੍ਰਾਮਰ ਮਿਸਟੇਕਸ. ਜਿੰਨੇ ਜ਼ਿਆਦਾ ਗ੍ਰਾਮਰ ਮਿਸਟੇਕਸ ਕਰਦੇ ਜਾਓਗੇ ਉਨਾ ਹੀ ਐਗਜ਼ਾਮੀਨਰ ਦੇ ਉੱਤੇ ਨੈਗੇਟਿਵ ਇੰਪ੍ਰੈਸ਼ਨ ਤੁਹਾਡੀ ਸਪੀਕਿੰਗ ਦੇ ਬਾਰੇ ਪੈਂਦਾ ਜਾਊਗਾ. ਸੋ ਅਵੋਇਡ ਗ੍ਰਾਮਰ ਮਿਸਟੇਕਸ. ਜਿੱਥੇ ਤੁਹਾਨੂੰ ਕਨਫਿਊਜ਼ਨ ਹੈ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗ੍ਰਾਮਰ ਮਿਸਟੇਕ ਕਰ ਸਕਦੇ ਹੋ, ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਅਵੋਇਡ ਕਰੋ. ਗ੍ਰਾਮਰ ਮਿਸਟੇਕ ਤਾਂ ਜਮਾ ਨਹੀਂ ਕਰਨੀ ਹੈ. 7th tip again which is very clear, always speak clearly and loudly. ਕੁਝ ਬੱਚੇ ਮੈਂ ਦੇਖਿਆ ਬਹੁਤ ਹੌਲੀ ਹੌਲੀ, ਸਪੈਸ਼ਲੀ ਗਰਲਸ ਐਂ ਕਰਦੀਆਂ, ਬਹੁਤ ਹੌਲੀ ਹੌਲੀ ਬੋਲਦੀਆਂ ਰਹਿੰਦੀਆਂ, ਮੂੰਹ ਚ ਹੀ ਬੋਲ ਜਾਂਦੀਆਂ. ਐਗਜ਼ਾਮੀਨਰ ਦੇ ਉੱਤੇ ਬਹੁਤ ਵੱਡਾ ਨੈਗੇਟਿਵ ਇੰਪ੍ਰੈਸ਼ਨ ਹੈ. ਐਗਜ਼ਾਮੀਨਰ ਨੂੰ ਇਹ ਲੱਗਦਾ ਹੈ ਵੀ ਤੁਸੀਂ ਆਪਦੀਆਂ ਗਲਤੀਆਂ ਲੁਕਾਉਣ ਵਾਸਤੇ ਜਾਂ ਕੁਝ ਬਲਫ ਕਰਨ ਵਾਸਤੇ ਹੌਲੀ ਬੋਲ ਰਹੇ ਹੋ. तो हमेशा 7th टिप अगेन, हमेशा लाउडली बोलना है, हमेशा क्लियरली बोलना है. आ देखो मेरी आवाज सुनो कितनी बढ़िया सुन रही है, पूरी लाउड बोल रहे हैं, क्लियरली बोल रहे हैं. तो 6th टिप, डू नॉट मेक ग्रामर मिस्टेक. 7th टिप, बी लाउड एंड बी क्लियर. एग्जामिनर ਨੂੰ ਆਰਾਮ ਨਾਲ ਤੁਹਾਡੀ ਆਵਾਜ਼ ਸੁਣ ਜੇ, ਆਰਾਮ ਨਾਲ ਜੋ ਵੀ ਤੁਸੀਂ ਬੋਲ ਰਹੇ ਹੋ ਉਹ ਸਮਝ ਆ ਜਾਏ. Now let's move on to the 8th tip. Okay, 8th tip again very important, again controversial because most of the times ਕੁਛ ਲੋਕ ਇਹ ਕਹਿੰਦੇ ਵੀ ਸਲੈਂਗਸ ਯੂਜ਼ ਨਹੀਂ ਹੋਣੀ ਚਾਹੀਦੇ, ਸ਼ਾਰਟਕਟ ਸਪੀਕਿੰਗਸ ਯੂਜ਼ ਨਹੀਂ ਹੋਣੀ ਚਾਹੀਦੀ. ਬਟ ਆਈ ਹੈਵ ਅਪੋਜ਼ਿਟ ਵਿਊ. ਮੈਂ ਤਾਂ ਕਹਿੰਦਾ ਜੇ ਇੱਕ ਦੋ ਵਾਰੀ ਸਲੈਂਗਸ ਯੂਜ਼ ਹੋ ਸਕਦੇ ਆ ਤਾਂ ਕਰ ਦੋ. ਮੈਂ ਆਪ ਕਰਕੇ ਆਇਆ. ਆਈ ਕਾਂਟ ਗੋ ਦੇਅਰ, ਕੈਨ ਨਾਟ ਨੂੰ ਕਾਂਟ ਗੋ ਦੇਅਰ ਕਹਿ ਆਇਆ ਸੀਗਾ. ਵਾਂਟ ਟੂ ਨੂੰ ਇੱਕ ਦੋ ਵਾਰੀ ਮੈਂ ਆਈ ਵਾਂਨਾ ਗੋ ਦੇਅਰ ਕਹਿ ਆਇਆ ਸੀਗਾ. ਤਾਂ ਇਹ ਜੋ ਨੇਟਿਵ ਸਪੀਕਰਸ ਨੇ ਉਹਨਾਂ ਦਾ ਇਹ ਸਟਾਈਲ ਹੈ, ਉਹ ਸਲੈਂਗ ਯੂਜ਼ ਕਰਦੇ ਨੇ. ਤਾਂ ਜੇ ਤੁਸੀਂ ਵੀ ਸ਼ੋ ਕਰਨਾ ਚਾਹੁੰਦੇ ਹੋ ਕਿ ਆਈ ਐਮ ਗੁੱਡ ਐਟ ਸਪੀਕਿੰਗ, ਆਈ ਐਮ ਕੰਪੈरेटिवली ਇਕੁਅਲ ਟੂ ਨੇਟਿਵ ਸਪੀਕਰਸ, ਮੈਂ ਨੇਟਿਵ ਸਪੀਕਰਸ ਵਾਂਗੂ ਬੋਲਦਾ ਹਾਂ,
ਜਾਂ ਫਿਰ ਇਸ ਟਾਈਪ ਦਾ ਕੋਈ ਇੰਪ੍ਰੈਸ਼ਨ ਐਗਜ਼ਾਮੀਨਰਸ ਦੇ ਉੱਤੇ ਪਾਉਣਾ ਚਾਹੁੰਦੇ ਹੋ ਤਾਂ ਆਪਦੇ ਸਾਰੇ ਸਪੀਕਿੰਗ ਸੈਸ਼ਨ ਦੇ ਵਿੱਚ ਇੱਕ ਦੋ ਵਾਰੀ ਸਲੈਂਗਸ ਯੂਜ਼ ਕਰ ਸਕਦੇ ਹੋ। 50-60 ਵਾਰੀ ਤਾਂ ਇਹ ਯੂਜ਼ ਹੋਣੇ ਵੀ ਨਹੀਂ, ਨੈਚੁਰਲੀ ਇੱਕ ਦੋ ਵਾਰੀ ਕਿਤੇ ਮੌਕਾ ਮਿਲੂਗਾ ਯੂਜ਼ ਕਰਨ ਦਾ। ਤੇ ਜੇ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਮੈਂ ਇੱਕ ਨੇਟਿਵ ਸਪੀਕਰ ਵਾਂਗੂ ਬੋਲਦਾ, ਬਹੁਤ ਫਲੂਐਂਟਲੀ ਬੋਲਦਾ, ਮੇਰੀ ਤਾਂ ਇੰਗਲਿਸ਼ ਮਦਰ ਟੰਗ ਵਾਂਗੂ ਹੀ ਹੈ, ਜੇ ਇਸ ਟਾਈਪ ਦਾ ਇੰਪ੍ਰੈਸ਼ਨ ਪਾਉਣਾ ਚਾਹੁੰਦੇ ਹੋ ਤਾਂ ਇੱਕ ਦੋ ਵਾਰੀ ਸਲੈਂਗਸ ਯੂਜ਼ ਕਰ ਲਓਗੇ ਤਾਂ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ, ਇੱਕ ਵਧੀਆ ਇੰਪ੍ਰੈਸ਼ਨ ਹੀ ਐਗਜ਼ਾਮੀਨਰ ਦੇ ਉੱਤੇ ਇਹ ਚੀਜ਼ ਛੱਡ ਕੇ ਜਾਊਗੀ। ਤਾਂ 8th tip, once or twice you can use the slangs. Okay, 9th tip is very important. This tip is for writing as well as for speaking. Writing ਦੇ ਵਿੱਚ ਵੀ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਤੇ speaking ਦੇ ਵਿੱਚ ਵੀ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ। ਕੋਹੀਸ਼ਨ ਐਂਡ ਕੋਹੇਰੈਂਸ ਦੋ ਚੀਜ਼ ਦੇ ਮਾਰਕਸ ਮਿਲਦੇ ਆ ਰਾਈਟਿੰਗ ਦੇ ਵਿੱਚ ਵੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਸਪੀਕਿੰਗ ਦੇ ਵਿੱਚ ਵੀ ਹੁੰਦਾ ਹੈ। So what is the meaning, what is the right meaning of the cohesion? Cohesion means your words and your sentences should fit exactly where you are using them. कोई भी वर्ड बोल रहे हो, किसी भी सेंटेंस, कोई भी सेंटेंस बोल रहे हो, कोई भी वर्ड बोल रहे हो तो फिट हो जाने चाहिए उस वर्ड्स ਦੇ ਵਿੱਚ ਇੱਕ ਵਧੀਆ मीनिंग ऑफ ਕਿਸੇ ਵੀ ਸੈਂਟੈਂਸ ਦੇ ਵਿੱਚ ਫਿਟ ਹੋ ਕੇ ਪ੍ਰੋਡਿਊਸ ਕਰਨਾ। ਐ ਨਹੀਂ ਹੈ ਵਰਡ ਕੁਝ ਹੋਰ ਹੀ ਹੈ, ਕਿਸੇ ਹੋਰ ਟਾਈਪ ਦਾ ਹੀ ਹੈ ਤੇ ਕਿਸੇ ਹੋਰ ਹੀ ਸੈਂਟੈਂਸ ਦੇ ਵਿੱਚ ਤੁਸੀਂ ਲਾਤਾ ਹੈ ਤੇ ਉਹਦਾ ਤੁਸੀਂ ਕੋਹੇਸ਼ਨ ਖਰਾਬ ਕਰ ਦੋ। ਕੋਹੇਰੈਂਸ is how clearly you speak. ਤੁਹਾਡੇ ਆਈਡੀਆਜ਼, ਜੋ ਵੀ ਤੁਸੀਂ ਆਈਡੀਆਜ਼ ਦੇ ਰਹੇ ਹੋ, ਜੋ ਵੀ ਤੁਸੀਂ ਬੋਲਣਾ ਚਾਹੁੰਦੇ ਹੋ, ਉਹ ਤੁਸੀਂ ਕਿੰਨੇ ਕਲੀਅਰੈਂਸ ਦੇ ਵਿੱਚ ਬੋਲ ਰਹੇ ਹੋ। ਤਾਂ ਜੋ ਵੀ ਤੁਸੀਂ ਸਪੀਕਿੰਗ ਦੇ ਵਿੱਚ ਆਪਦਾ ਥਾਟ ਦੇ ਰਹੇ ਹੋ ਉਹਨੂੰ ਪਹਿਲੀ ਗੱਲ ਤਾਂ ਉਹ ਕਲੀਅਰੈਂਸ ਦੇ ਵਿੱਚ ਹੋਵੇ, ਸਾਫ਼-ਸਾਫ਼ ਸਮਝ ਜਾਵੇ ਤੇ ਦੂਜਾ ਜਿੰਨੇ ਵੀ ਵਰਡਸ ਉਹਦੇ ਵਿੱਚ ਯੂਜ਼ ਕਰ ਰਹੇ ਹੋ ਜਾਂ ਜਿਸ ਵੀ ਕੁਐਸਚਨ ਵਾਸਤੇ ਤੁਸੀਂ ਜੋ ਆਨਸਰ ਦੇ ਰਹੇ ਹੋ ਉਹ ਉੱਥੇ ਐਗਜ਼ੈਕਟਲੀ ਫਿਟ ਹੁੰਦਾ ਹੋਵੇ ਤੇ ਤੁਹਾਡੇ ਸੈਂਟੈਂਸਸ ਦੇ ਵਿੱਚ ਤੁਹਾਡੇ ਵਰਡਸ ਵੀ ਫਿਟ ਹੁੰਦੇ ਹੋਣ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਕੋਹੇਸ਼ਨ ਐਂਡ ਕੋਹੇਰੈਂਸ ਦਾ ਧਿਆਨ ਰੱਖਣਾ ਹੈ ਤੁਸੀਂ ਆਪਦੇ ਰਾਈਟਿੰਗ ਪਾਰਟ ਦੇ ਵਿੱਚ ਵੀ ਤੇ ਸਪੀਕਿੰਗ ਪਾਰਟ ਦੇ ਵਿੱਚ ਵੀ। 10th tip for your speaking, last tip ਹੈ, again very important ਹੈ। ਮੈਂ ਆਪਦੇ ਸਾਰੇ ਸਟੂਡੈਂਟਸ ਨੂੰ ਇਹ ਸੁਜੈਸਟ ਕਰਦਾ, ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਇਹਦੇ ਤੇ, ਥੋੜੀ ਜੀ ਜ਼ਿਆਦਾ ਪ੍ਰੈਕਟਿਸ ਜ਼ਰੂਰ ਕਰਨੀ ਪੈਂਦੀ ਹੈ ਬਟ ਸਿਰਫ ਇਸ ਟਿਪ ਤੇ ਵੀ ਜੇ ਤੁਸੀਂ ਫੋਕਸ ਕਰ ਲਓ ਤਾਂ ਵੀ ਸਪੀਕਿੰਗ ਦੇ ਵਿੱਚ ਗੁੱਡ ਬੈਂਡ ਸਕੋਰਸ ਲੈ ਸਕੋਗੇ। 10th ਐਂਡ ਦ ਲਾਸਟ ਟਿਪ ਇਜ਼ ਸਟੇ ਨੈਚੁਰਲ। एकदम ਨੈਚੁਰਲ ਰਹਿਣਾ ਹੈ ਸਪੀਕਿੰਗ ਦੇ ਵਿੱਚ, ਜੋ ਤੁਹਾਡੇ ਰੀਅਲ ਥਾਟਸ ਨੇ, ਜੋ ਤੁਹਾਡੀ ਰੀਅਲ ਫੀਲਿੰਗਸ ਨੇ ਸਿਰਫ ਉਹੀ ਬੋਲਨੇ ਆ। कुछ भी मेमोराइज ना बोलो, कुछ भी रट्टा रटाया ना बोलो, कुछ भी झूठ ना बोलो। जो भी ਤੁਹਾਡੇ ट्रू थॉट्स ने, जो भी ਤੁਹਾਡੇ ट्रू आइडियाज ने हमेशा उन्होंने ही बोलो। सच बोलना हमेशा सौखा है तो झूठ बोलना हमेशा औखा है। झूठ बोलने वास्ते तुहानूं सोचना पऊगा, फिर बोलना पऊगा। सच तो तुहाडे दिल दे विच हैगा, तुहाडे दिमाग दे विच हैगा। सच बोलना हमेशा औखा है। पूछ लिया डू यू लाइक समथिंग, जे लाइक करदे हो तो बोलो यस आई लाइक, नहीं तो फिर बोलो नो आई डोंट लाइक। पूछया डू यू लाइक योर फ्रेंड्स, जे सच्ची तुसीं आपदे फ्रेंड्स नूं लाइक करदे हो तो कह दो यस आई लाइक, या फिर कह दो नो आई डोंट लाइक माई फ्रेंड्स because they are selfish, because they don't help me, because they are naughty, I don't like their company, I am a studious person, I always like to study, I don't want to go with them to malls or for movies, so I don't like my friends। इस टाइप दे नेचुरल आंसर्स दो, सच्चे सुच्चे आंसर्स दो, एग्जामिनर जरूर इंप्रेस होगा। आई विश यू ऑल द बेस्ट फॉर योर IELTS एग्जाम। आई होप विद माई tips and tricks you will definitely score 6.5 bands or more than this in your speaking exam। channel ਨੂੰ ਕਰ ਦਿਓ follow, ਇਸੇ channel ਤੇ reading ਦੀਆਂ super tricks, ਜਿਨ੍ਹਾਂ ਨੂੰ ਮੈਂ ਕਹਿਣਾ ਵੀ reading ਦੀਆਂ magical tricks ਅਪਲੋਡ ਕਰਨ ਵਾਲਾ ਹੈ, ਉਹਨਾਂ ਦਾ ਐਡਵਾਂਟੇਜ ਆਪਦੇ ਰੀਡਿੰਗ ਮੋਡਿਊਲ ਦੇ ਵਿੱਚ ਜ਼ਰੂਰ ਲਿਓ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।